Hello, students. How are you? Hope you all are well and fine and enjoying your lessons. ਤਾਂ ਆਪਣੀ ਜੋ ਸੀਰੀਜ਼ ਸ਼ੁਰੂ ਕੀਤੀ ਹੈਗੀ that is verb. ਤੇ ਅੱਜ verb ਦੇ ਵਿੱਚ ਆਪਾਂ ਕਰਾਂਗੇ verb as use of verb in passive voice and use of verb in active voice. ਕਿਉਂਕਿ ਸਕੂਲ ਦੇ ਵਿੱਚ ਇਸ ਚੈਪਟਰ ਨੂੰ ਹਮੇਸ਼ਾ ਅਸੀਂ ਇਸੇ ਤਰੀਕੇ ਨਾਲ ਲੈਂਦੇ ਹਾਂ ਕਿ ਐਕਟਿਵ ਵੌਇਸ ਐਂਡ ਪੈਸਿਵ ਵੌਇਸ, ਬਟ ਐਕਚੁਅਲੀ ਇਟ ਇਜ਼ ਅ ਪਾਰਟ ਆਫ ਵਰਬ. ਇਟ ਇਜ਼ ਦ ਯੂਜ਼ ਆਫ ਵਰਬ, right? When the form of verb shows the subject in action, ਜਦੋਂ ਸਬਜੈਕਟ ਜਿਹੜਾ ਹੈਗਾ ਉਹ ਐਕਸ਼ਨ ਦੇ ਵਿੱਚ ਹੈ, that we called active voice. But when the subject is not in action, that is called passive voice. Right? ਹੁਣ ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਐਕਸਪਲੇਨ ਕਰਦੇ ਹਾਂਗੇ. Look, the peon rings the bell. Verb is rings. Action is ringing. Action ਕੀ ਹੈਗਾ? ਘੰਟੀ ਦਾ ਵੱਜਣਾ. ਹੁਣ ਐਕਸ਼ਨ ਨੂੰ ਕਰਨ ਵਾਲਾ ਕੌਣ ਹੈ? Who is the doer? If the doer, who is performing the action, ਅਗਰ verb ਨੂੰ perform ਕਰਨ ਵਾਲਾ subject ਹੈ ਤਾਂ ਆਪਾਂ ਇਹ ਕਹਿੰਦੇ ਆ that the sentence is in active voice. Or verb is in active voice. But if the bell is rung by the peon, ਹੁਣ action ਇੱਥੇ ਵੀ ringing ਹੈ, action ਉਹੀ ਹੈਗਾ, right? But action ਦਾ ਜਿਹੜਾ doer ਹੈ, bell is not doing anything. Bell is subject here, okay? Bell is subject, but subject is not the doer. ਤਾਂ ਇੱਥੇ ਜਿਹੜਾ subject ਹੈਗਾ, subject ਦੇ ਨਾਲ ਕੁਝ ਹੋ ਰਿਹਾ ਹੈਗਾ. So if we look at the subject, let me explain it with some other example. The boy hit the cat. ਹੁਣ ਹਿੱਟ ਦਾ ਕੰਮ ਕਿਹਨੇ ਕੀਤਾ ਹੈਗਾ? ਸਬਜੈਕਟ ਨੇ. ਵੀ ਹੈਵ ਟੂ ਕੰਸਨਟਰੇਟ ਔਨ ਦਾ ਸਬਜੈਕਟ ਓਨਲੀ. ਇਫ ਸਬਜੈਕਟ ਇਜ਼ ਡੂਅਰ, ਜੇ ਸਬਜੈਕਟ ਡੂਅਰ ਹੈ, ਦਿਸ ਇਜ਼ ਐਕਟਿਵ ਵੌਇਸ, ਰਾਈਟ? ਹੁਣ ਦੂਸਰਾ ਸੈਂਟੈਂਸ ਕੀ ਹੈ? ਦ ਕੈਟ ਇਜ਼ ਹਿਟ ਬਾਏ ਦ ਬੋਏ. ਹਿਟ ਉਹੀ ਹੈ, ਐਕਸ਼ਨ ਉਹੀ ਹੈਗਾ, ਰਾਈਟ? ਬਟ ਸਬਜੈਕਟ ਕੀ ਹੈ? ਕੈਟ. ਕੈਟ ਨੇ ਤਾਂ ਕੁਛ ਨਹੀਂ ਕੀਤਾ. ਸਬਜੈਕਟ ਇਜ਼ ਨਾਟ ਪਰਫਾਰਮਰ. ਸਬਜੈਕਟ ਇਜ਼ ਨਾਟ ਡੂਅਰ. ਇਟ ਮੀਨਸ ਸਬਜੈਕਟ ਇਜ਼ ਪੈਸਿਵ. ਹੁਣ ਆਪਾਂ ਐਕਟਿਵ ਤੇ ਪੈਸਿਵ ਕਿਉਂ ਕਹਿੰਦੇ ਆਂਗੇ? ਐਕਟਿਵ ਤੇ ਪੈਸਿਵ ਇਸੇ ਲਈ ਕਹਿੰਦੇ ਆਂਗੇ ਇਫ ਸਬਜੈਕਟ ਇਜ਼ ਡੂਇੰਗ, ਇਫ ਸਬਜੈਕਟ ਇਜ਼ ਪਰਫਾਰਮਿੰਗ, ਰਾਈਟ? ਇਹਦਾ ਮਤਲਬ ਕੀ ਹੈਗਾ? ਐਕਟਿਵਲੀ ਸਬਜੈਕਟ ਇਜ਼ ਡੂਇੰਗ ਸਮਥਿੰਗ ਐਕਟਿਵਲੀ. ਬਟ ਇਫ ਦ ਸਬਜੈਕਟ ਇਜ਼ ਨਾਟ ਡੂਇੰਗ, ਨਾਟ ਪਰਫਾਰਮਿੰਗ, ਇਨਸਟੈਡ ਹੋ ਕੀ ਰਹੇਗਾ? ਸਮਥਿੰਗ ਇਜ਼ ਹੈਪਨਿੰਗ. ਕੁਛ ਨਾ ਕੁਛ ਉਹਦੇ ਨਾਲ ਤਾਂ ਹੋ ਹੀ ਜਾ ਰਿਹਾ ਹੈ. ਉਹ ਤਾਂ ਪੈਸਿਵ ਹੈ. ਸਮਥਿੰਗ ਇਜ਼ ਹੈਪਨਿੰਗ ਟੂ ਸਬਜੈਕਟ. then that is a passive sentence. That is a passive voice. Hope ਇੱਥੇ ਤੱਕ clear ਹੈਗਾ ਕਿ ਗੱਲ ਸਿਰਫ ਸਬਜੈਕਟ ਦੀ ਆਉਣੀ ਹੈਗੀ. only concentrate on the subject. If subject is doing, it means active voice. If subject is not doing, ਤਾਂ ਕੀ ਹੈਗਾ?
ਪੈਸਿਵ ਵੌਇਸ। ਤਾਂ ਸਿੰਪਲ ਜੀ ਗੱਲ ਆਪਾਂ ਇਹ ਕਹਿ ਲਈਏ ਕਿ ਜਦੋਂ ਸਬਜੈਕਟ ਐਕਟਿਵ ਹੈਗਾ, ਜਿਹੜਾ ਬੰਦਾ ਐਕਟਿਵ ਹੈ ਉਹੀ ਕੁਝ ਕਰੇਗਾ। ਹਾਂ, ਜਿਹੜਾ ਪੈਸਿਵ ਹੈ, ਸੁਸਤ ਹੈ, ਇਟ ਮੀਨਸ ਉਹ ਕੁਝ ਨਹੀਂ ਕਰੇਗਾ। ਤਾਂ ਇੱਥੇ ਸਬਜੈਕਟ ਕੀ ਹੈਗਾ? ਸਬਜੈਕਟ ਪੈਸਿਵ ਹੈ ਕਿਉਂਕਿ ਉਹਦੇ ਨਾਲ ਤੇ ਕੁਝ ਹੋ ਰਿਹਾ ਹੈਗਾ। ਸਮਥਿੰਗ ਇਜ਼ ਹੈਪਨਿੰਗ ਟੂ ਸਬਜੈਕਟ। ਹੋਪ ਐਕਟਿਵ ਐਂਡ ਪੈਸਿਵ ਦਾ ਜੋ ਹੈ ਡਿਫਰੈਂਸ ਹੈਗਾ ਉਹ ਸਮਝ ਆਇਆ ਹੋਏਗਾ ਨਾ। ਯੂਜ਼ ਕਿੱਥੇ ਹੈ? ਵਾਈ ਡੂ ਵੀ ਨੀਡ ਐਕਟਿਵ ਐਂਡ ਪੈਸਿਵ ਸੈਂਟੈਂਸਿਸ? ਸਾਨੂੰ ਐਕਟਿਵ ਤੇ ਪੈਸਿਵ ਵੌਇਸ ਦੀ ਜ਼ਰੂਰਤ ਕਿਉਂ ਪੈਂਦੀ ਹੈ? when we are writing something, ਚਾਹੇ ਉਹ story ਹੈ, ਚਾਹੇ ਉਹ paragraph ਹੈ, whatever we are writing, we might be describing some event, ਕੁਛ ਵੀ ਹੈ, right? If we have to make subject prominent, ਜੇ ਅਸੀਂ subject ਨੂੰ prominent ਕਰਨਾ ਹੈਗਾ, we will use the active voice, right? But ਜਿੱਥੇ ਅਸੀਂ object ਨੂੰ prominent ਕਰਨਾ ਹੈਗਾ, ਉੱਥੇ ਅਸੀਂ ਯੂਜ਼ ਕਰਾਂਗੇ ਪੈਸਿਵ ਸੈਂਟੈਂਸ, ਰਾਈਟ? ਜਿੱਦਾਂ ਅ ਫੇਅਰ ਵਾਜ਼ ਹੈਲਡ ਇਨ ਸਕੂਲ। ਹੁਣ ਇੱਥੇ ਮੇਲਾ ਸਕੂਲ ਦੇ ਵਿੱਚ ਲੱਗਿਆ, ਠੀਕ ਹੈ। ਹੁਣ ਲਾਇਆ ਕੀ ਨਹੀਂ ਹੈਗਾ? ਬਾਏ ਦ ਸਟੂਡੈਂਟਸ ਔਰ ਦ ਟੀਚਰਸ। ਇੰਪੋਰਟੈਂਸ ਉਹਦੀ ਨਹੀਂ ਹੈਗੀ। ਇੰਪੋਰਟੈਂਸ ਕਾਹਦੀ ਹੈਗੀ? ਅਸੀਂ ਪੈਸਿਵ ਨੂੰ ਪ੍ਰੋਮੀਨੈਂਟ, ਅਸੀਂ ਆਬਜੈਕਟ ਨੂੰ ਪ੍ਰੋਮੀਨੈਂਟ ਕਰ ਰਹੇ ਹਾਂਗੇ। ਕੀਤਾ ਕੀ ਗਿਆ? ਫੰਕਸ਼ਨ ਕੀ ਹੋਇਆ? ਕਿਹਨੇ ਕਰਵਾਇਆ? ਉਹ ਨਹੀਂ ਹੈਗਾ ਪ੍ਰੋਮੀਨੈਂਟ। ਬਟ ਜਦੋਂ ਆਪਾਂ ਕਹਿੰਦੇ ਆਂਗੇ ਟੀਚਰ ਸੋਲਵਡ ਦ ਮੈਟਰ, ਹੁਣ ਇੱਥੇ ਟੀਚਰ ਜਿਹੜਾ ਹੈਗਾ ਟੀਚਰ ਨੇ ਸੋਲਵ ਕੀਤਾ ਮੈਟਰ, ਰਾਈਟ? ਤਾਂ ਅਸੀਂ ਟੀਚਰ ਨੂੰ ਪ੍ਰੋਮੀਨੈਂਸ ਦੇਣੀ ਸੀਗੀ। ਸੋ ਇਟ ਓਨਲੀ ਡਿਪੈਂਡਸ ਅਪੋਨ ਦ ਕੰਟੈਕਸਟ ਇਨ ਵਿਚ ਯੂ ਆਰ ਰਾਈਟਿੰਗ ਕਿ ਤੁਸੀਂ ਸਬਜੈਕਟ ਨੂੰ ਪ੍ਰੋਮੀਨੈਂਸੀ ਦੇਣੀ ਹੈ। ਸੋ ਯੂ ਵਿਲ ਯੂਜ਼ ਦ ਐਕਟਿਵ ਸੈਂਟੈਂਸਿਸ। ਇਫ ਯੂ ਵਾਂਟ ਦ ਆਬਜੈਕਟ ਟੂ be important in your sentence, then you will use the passive voice. Next step, ਆਪਾਂ ਇੱਕ ਹੋਰ ਵੀ ਇਹਦੇ ਵਿੱਚ ਆਉਂਦਾ ਹੈਗਾ ਕਿ ਜਦੋਂ ਸਾਡੇ ਕੋਲੇ ਜਿਹੜਾ ਸਬਜੈਕਟ ਹੈਗਾ, when subject is indefinite or we simply have some ਕੋਈ ਇੱਦਾਂ ਦਾ ਨਾउन ਪ੍ਰਨਾउन ਹੈਗਾ ਜਿਹੜਾ ਇੰਪੋਰਟੈਂਟ ਨਹੀਂ ਹੈਗਾ। ਦੇਖੋ ਸੈਂਟੈਂਸ ਦੇਖੋ, then you will come to know. My pen is stolen. ਹੁਣ ਪਤਾ ਨਹੀਂ ਕਿਹਨੇ ਚੋਰੀ ਕੀਤਾ, ਰਾਈਟ? ਤਾਂ ਜਿਹੜਾ ਇਹ ਹੈਗਾ someone, somebody, ਤਾਂ ਉਹ ਇੰਪੋਰਟੈਂਟ ਨਹੀਂ ਹੈਗਾ। ਇੰਪੋਰਟੈਂਟ ਕੀ ਹੈ ਕਿ ਮੇਰਾ ਪੈਨ ਚੋਰੀ ਹੋ ਗਿਆ। English is spoken all over the world. ਹੁਣ ਇਹਦੇ 'ਚ ਇੰਪੋਰਟੈਂਟ ਕੀ ਹੈ? English spoken by all, English is spoken all over the world by people. ਪਤਾ ਹੀ ਹੈ। ਸੋ ਇਟਸ ਅ ਵੇਗ ਆਈਡੀਆ, ਰਾਈਟ? ਇਹ ਇਨਡੈਫੀਨਿਟ ਜੇ ਨੰਬਰ ਨੇਗੇ, ਆਪਾਂ ਨੂੰ ਪਤਾ ਹੀ ਨਹੀਂ ਹੈਗਾ। I have been invited to party. ਹੁਣ ਕਿਹਨੇ ਇਨਵਾਈਟ ਕੀਤਾ, ਕਿਹਨੇ ਨਹੀਂ ਕੀਤਾ, ਦੈਟ ਇਜ਼ ਨੋਟ ਇੰਪੋਰਟੈਂਟ। ਹਾਂ, ਇੰਪੋਰਟੈਂਸ ਕੀ ਹੈ ਕਿ ਮੈਨੂੰ ਵੀ ਇਨਵਾਈਟ ਕੀਤਾ। ਸੋ ਇਟ ਡਿਪੈਂਡਸ ਅਪੋਨ ਦ ਕੰਟੈਕਸਟ ਇਨ ਵਿਚ ਯੂ ਆਰ ਰਾਈਟਿੰਗ ਯੂਰ paragraph or your story or whatever. Next comes when you have double object. ਹੁਣ ਇੱਥੇ ਤੱਕ ਇੱਕ ਗੱਲ ਕਲੀਅਰ ਹੈ ਕਿ ਜਿਹੜੀ ਵੌਇਸ ਹੈ, ਵੌਇਸ ਇਜ਼ ਪੋਸੀਬਲ ਇਨ ਟ੍ਰਾਂਜ਼ਿਟਿਵ, ਕਿਉਂਕਿ ਪਿਛਲਾ ਜਿਹੜਾ ਲੈਸਨ ਹੈ ਆਪਾਂ ਉਹਦੇ ਨਾਲ ਇਹਨੂੰ ਜੋੜਦੇ ਹਾਂ। ਵੌਇਸ ਇਜ਼ ਪੋਸੀਬਲ ਵਿਦ ਟ੍ਰਾਂਜ਼ਿਟਿਵ ਸੈਂਟੈਂਸਿਸ। ਹੁਣ ਟ੍ਰਾਂਜ਼ਿਟਿਵ ਦੇ ਵਿੱਚ ਕੀ ਹੁੰਦਾ ਹੈਗਾ? ਸਬਜੈਕਟ, ਵਰਬ ਐਂਡ ਆਬਜੈਕਟ ਇਜ਼ ਮਸਟ। ਆਬਜੈਕਟ ਇਜ਼ ਆਲਵੇਜ਼ ਅ ਪ੍ਰਨਾਊਨ ਔਰ ਨਾਊਨ। ਅਤੇ ਫਿਰ ਜਦੋਂ ਆਪਾਂ ਕੀਤਾ ਸੀਗਾ, ਆਪਾਂ ਇਹ ਵੀ ਕੀਤਾ ਸੀਗਾ ਕਿ ਆਬਜੈਕਟ 1, ਆਬਜੈਕਟ 2, ਦੇयर ਆਰ 2 ਆਬਜੈਕਟਸ। ਨੈਕਸਟ ਸੈਂਟੈਂਸ ਨੇਗੇ, ਆਪਾਂ ਕਰਾਂਗੇ ਮਿਸਟਰ ਸ਼ਰਮਾ ਟੀਚਸ ਅਸ ਗ੍ਰਾਮਰ, ਰਾਈਟ? ਹੁਣ ਇੱਥੇ ਕੀ ਹੋਇਆ? ਮਿਸਟਰ ਸ਼ਰਮਾ ਇਜ਼ ਸਬਜੈਕਟ, ਟੀਚਸ ਵਰਬ, ਅਸ ਕੀ ਹੈਗਾ? ਪਹਿਲਾ ਆਬਜੈਕਟ। ਫਸਟ ਆਬਜੈਕਟ ਇਜ਼ ਆਲਵੇਜ਼ ਅ ਪਰਸਨ, ਸੈਕਿੰਡ ਆਬਜੈਕਟ ਇਜ਼
always a common noun. Object to. Okay. ਤਾਂ ਹੁਣ ਇਹਨੂੰ ਜਦੋਂ ਆਪਾਂ handle ਕਰਨਾ, we have two objects. Sentence starts with the first object. We are taught. We are taught. Second object ਇੱਥੇ ਆਏਗਾ. We are taught grammar by Mr. Sharma. I, next example, handed her a letter. Subject, verb, object 1, object 2. ਆਪਾਂ ਸ਼ੁਰੂ ਕਰਾਂਗੇ object 1 ਤੋਂ. She was handed. Verb ਤੋਂ ਬਾਅਦ second object, a letter by me. Okay. ਥੋੜਾ ਜਿਹਾ ਆਪਾਂ ਜਾਣੇ ਆਂਗੇ ਉਹ ਵਰਬਸ ਜਿਹੜੇ ਇਨਫਾਈਨਾਈਟ ਵਰਬਸ ਹੁੰਦੇ ਨੇ, ਇਨਫਿਨਿਟਿਵ ਵਰਬਸ. ਸੌਰੀ, ਇਹ ਟੌਪਿਕ ਅਲੱਗ ਹੋਏਗਾ. ਟੂ ਪਲਸ ਪ੍ਰੈਜ਼ੈਂਟ ਵਰਬ ਇਜ਼ ਕਾਲਡ ਇਨਫਿਨਿਟਿਵ ਵਰਬ. ਜਦੋਂ ਆਪਣੇ ਕੋਲੇ ਇਨਫਿਨਿਟਿਵ ਵਰਬਸ ਵਾਲੇ ਸੈਂਟੈਂਸਿਸ ਆ ਜਾਣ, ਜਿੱਦਾਂ ਆਈ ਹੈਵ ਟੂ ਫਿਨਿਸ਼ this work, right? ਹੁਣ I have ਹੋ ਗਿਆ, subject ਹੋ ਗਿਆ, verb ਹੋ ਗਿਆ. ਉਸ ਤੋਂ ਬਾਅਦ ਕੀ ਹੈਗਾ? infinite verb, infinitive verb, to and present verb, this work, right? This work has, perfect रहेगा. This work has to be finished. ਤਾਂ ਇਹਨੂੰ ਅਸੀਂ ਕਿੱਦਾਂ ਬਣਾਉਣਾ ਹੈਗਾ? If we have to and present verb, we change into to, be and past participle, third verb, right? ਇੱਦਾਂ change ਹੁੰਦਾ. This work has to be finished by me. Look at the next sentence. There is no time to waste. There is no time to be wasted. Clear? It is time to take a break. It is time to take, sorry. It is time. It is time for. ਹੁਣ ਅਸੀਂ ਇੱਥੇ for यूज़ ਕਰਾਂਗੇ ਕਿਉਂਕਿ ਸਾਡੇ ਕੋਲੇ object ਹੈ. It is time for a break to be taken. Is it clear? It is time to play a song. ਤਾਂ ਕੀ ਹੋਏਗਾ? It is time for a song to be. Past participle means third form, played. ਤਾਂ ਇਹ ਹੁੰਦਾ infinitive verb ਦੇ ਵਿੱਚ, right? Let us have some practice. He keeps me waiting. ਤਾਂ ਕੀ ਹੋਇਆ? He, subject, verb, object. Now, waiting is again an object but a gerund form ਦੇ ਵਿੱਚ ਹੈ. Gerund verb is used as a noun, as an object. ਇਹ ਆਪਾਂ ਕਰਾਂਗੇ finite and non-finite ਜਿਹੜਾ ਆਪਣਾ topic verbs ਦਾ ਆਏਗਾ ਉਹਦੇ ਵਿੱਚ, right? I am kept waiting ਕਿਉਂਕਿ second object ਅਸੀਂ ਇੱਥੇ ਲਾਉਣਾ ਹੈ by him, right? We saw, one more, it's very important, you and him. sentence ਕੀ ਹੈ ਕਿ ਅਸੀਂ ਤੁਹਾਨੂੰ ਤੇ ਉਹਨੂੰ ਦੇਖਿਆ. You and
he, because we are using subject, the subject ਦੇ ਵਿੱਚ ਆ ਕੇ ਤਾਂ him he ਬਣ ਜਾਏਗਾ, you is always you and he were seen by us, right? ਸੋ ਆਈ ਥਿੰਕ ਅੱਜ ਦੇ ਲਈ ਇੰਨਾ ਕਾਫੀ ਹੈ। ਹਾਂ, ਹੁਣ ਤੁਹਾਡੇ ਮਨ 'ਚ ਜ਼ਰੂਰ ਹੋਏਗਾ ਕਿ ਐਕਟਿਵ ਤੋਂ ਜਦੋਂ ਅਸੀਂ ਪੈਸਿਵ ਚੇਂਜ ਕਰਦੇ ਹਾਂ ਤਾਂ ਰੂਲਸ ਕਿਹੜੇ ਨੇ, ਰਾਈਟ? ਹੁਣ ਕਲਾਸਰੂਮ ਦੇ ਵਿੱਚ, ਕਲਾਸਰੂਮ ਇੰਸਟਰਕਸ਼ਨ ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈਗਾ, ਟੀਚਰ ਆਲਵੇਜ਼ ਸਟਾਰਟਸ ਵਿਦ ਦ ਰੂਲਸ ਐਂਡ ਸਟੂਡੈਂਟਸ ਆਰ ਕਨਫਿਊਜ਼ਡ ਇਨ ਦ ਰੂਲਸ। ਸੋ ਆਈ ਆਲਵੇਜ਼ ਟਰਾਈ ਟੂ give these things a different turn, right? I'll do the rules in the next video. Today is Thursday. Okay, in the Saturday's video we will do the rules, active to passive, and the next video will be on the finite and non-finite, right? Non-finite and finite verbs, much awaited, ਜਿਹਦੀ ਬੜੀ await ਹੈ ਬਹੁਤ ਸਾਰੇ students ਨੂੰ, ਕਿਉਂਕਿ ਥੋੜਾ tough ਲੱਗਦਾ ਹੈਗਾ topic, but in next video I'll talk about active and passive rules. So we will do the rules in the next video. Stay tuned. Thank you so much. Bye bye.